ਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਵਿਨਾਸ਼ਕ ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੌਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਸਾਧ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਦੋਹਰਾ ਨਾਹਰ ਖਾਨ ਕਰਿਓ ਰਾਣਾ ਜਾਹਰ ਸਿੰਘ मार के हो अगारी पायन की कर चंचलता चह ओट की पीत के जाओ न जारी वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो रोजाना की तरह पातशाह जी की अपार कृपा बख्शिश का सदका पिछले पहरां दे दीवान सजाउंदे होए आप जी गुरु चरणा विखे हाजरियां लवा रहे हो। आओ लड़ीवार इतिहास दी कथा विचार नाल जुड़ना करिए जी। आपां विचारां सरवण कर रहे सी चमकौर दा जंग। चमकौर दे जंग विच धन धन श्री गुरु गोबिंद सिंह महाराज जी अपने 40 ਸਿੰਘਾਂ ਦੇ नाल जिहड़ा है बेअंत ही मुगलों की फौज का खात्मा किया और लगभग अद्धा दिन 2 पहर जिहड़ा है फौज गुरु की चमकौर की गढ़ी के विचों ही लड़ती रही और उस दौरान गुरु कीआं फौजां ने ਲੱਖਾਂ ਦੀ ਗਿਣਤੀ ਵਿੱਚ आई फौज मुगलों की तुर्कों की बेअंत उसका खात्मा किया। और पिछले पहर जदों तीजा पहर आरंभ होण लग्या तो ਸਿੰਘਾਂ ने बेनती की महाराज बाहर जाके जिहड़ा है कृपा करो जी असीं बाहर जाके 2 हत्थ करिए। तो सतगुरु पातशाह जी महाराज ने आग्ञा दे दी तो कई ਸਿੰਘਾਂ ने फिर बाहर जा कर के उन्हां दे नाल जंग करना शुरू किया। और जंग करदियां होइयां एक एक 2 2 3 3 ਸਿੰਘ जाके जद उन्हां नाल लड़न लगे तां दुश्मनां दीयां बेअंत फौजां फिर उन्हां ने खत्म कर दित्तियां। उस तो बाद सतगुरु पातशाह जी ने जिस वेले जंग चल रही है, 5 मुक्ते सिंह बाहर गए
और उन्होंने जा करके बहुत सारी फौज मार दी। उस समय नाहर खान एक इन्हां दा जरनैल है, उस जरनैल ने आकर के ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ ਜਾਂ ਗੇਟ ਵਿੱਚ ਵੜਨ ਦੀ ਕੋਸ਼ਿਸ਼ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਪਰੋਂ ਤੀਰ ਛੱਡਿਆ ਤੇ ਇਹ ਨਾਹਰ ਖਾਨ ਜਿਹੜਾ ਸੀ ਕੰਧ ਦੇ ਓਹਲੇ ਵਿੱਚ ਚਲਿਆ ਗਿਆ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਤੀਰ ਇਸ ਨੂੰ ਲੱਗਿਆ ਔਰ ਇਸ ਨੂੰ ਉੱਥੇ ਹੀ ਰੱਖ ਦਿੱਤਾ ਹੈ। ਜਦੋਂ ਮੁਗਲਾਂ ਤੇ ਪਠਾਨਾਂ ਨੂੰ ਪਤਾ ਲੱਗਿਆ ਤੇ ਬਾਕੀ ਜਿਹੜੇ ਇਹਦੇ ਮਗਰ ਅੱਗੇ ਵਧ ਰਹੇ ਸੀ ਉਹਨਾਂ ਨੇ ਵੀ ਗੁਰੂ ਪਿਆਰਿਓ ਪਿੱਛੇ ਰਾਮਦਾਸ ਜੀ ਦੀ ਗੱਲ ਕਰਨੀ, ਉਹਨਾਂ ਨੇ ਵੀ ਪਿੱਛੇ ਵਧਣਾ ਕੀਤਾ। ਗੁਰੂ ਰਾਮਦਾਸ ਕਰੋ ਤਾਂ ਉਸ ਤੋਂ ਬਾਅਦ ਕੀ ਹੋਇਆ, ਮੁਗਲ ਤੇ ਪਠਾਨ ਇਹ ਵੇਖ ਕੇ ਡਰ ਗਏ ਤੇ ਦਬਕੇ ਪਿਛਵਾਈ ਪਿੱਛੇ ਭੱਜੇ। ਖਵਾਜਾ ਮਰਦੂਦ ਵੀ ਇਹਦੇ ਮਗਰ ਸੀਗਾ। ਇਹਨਾਂ ਦੀ ਕੋਸ਼ਿਸ਼ ਸੀ ਵੀ ਆਪਾਂ ਗੜੀ ਦਾ ਗੇਟ ਖੋਲ੍ਹ ਕੇ ਉਹਦੇ ਵਿੱਚ ਵੜ ਜਾਈਏ ਤੇ ਫਿਰ ਅੰਦਰੋਂ ਜਾ ਕੇ ਫੜ ਲਈਏ। ਪਰ ਸਿੰਘਾਂ ਦਾ ਕੰਧ ਉੱਤੇ ਚਾਰ ਚੁਫੇਰੋਂ ਨਿਗਾਹ ਵੀ ਸੀ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਟਾਰੀ ਤੋਂ ਬੈਠੇ ਦੇਖ ਰਹੇ ਸੀ, ਇਸ ਕਰਕੇ ਇਹਨਾਂ ਦਾ ਫੌ ਨਾ ਪਿਆ। ਤੇ ਇਸ ਤਰ੍ਹਾਂ ਜਦੋਂ ਖਿੱਚ ਕੇ ਤੀਰ ਸਤਿਗੁਰਾਂ ਨੇ ਛੱਡਿਆ ਤੇ ਨਾਹਰ ਖਾਨ ਦੇ ਢਿੱਡ ਵਿੱਚੋਂ ਇਉਂ ਆਰ ਪਾਰ ਹੋ ਗਿਆ ਜਿਸ ਤਰ੍ਹਾਂ ਕਹਿੰਦੇ ਸੱਪ ਖੱਡ ਵਿੱਚ ਵੜ ਜਾਂਦਾ। ਉਸ ਤੋਂ ਬਾਅਦ ਕੀ ਹੋਇਆ, ਅਗਲਾ ਜੰਗ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਨਾਹਰ ਖਾਨ ਕਰਿਓ ਰਨ ਜ਼ਾਹਰ, ਸਿੰਘ ਮਾਰ ਕੇ ਹੋ ਅਗਾਰੀ। ਕਹਿੰਦੇ ਨਾਹਰ ਖਾਨ ਨੇ ਜਿਹੜੇ ਇਹ 5 ਸਿੰਘ ਗਏ ਸਨ ਇਹਨਾਂ ਨਾਲ ਜੰਗ ਕਰਦਿਆਂ ਹੋਇਆਂ ਅੱਗੇ ਵਧਣਾ ਕੀਤਾ ਔਰ ਜਦੋਂ ਇਹ 5 ਸਿੰਘ ਸ਼ਹੀਦ ਹੋ ਗਏ। ਪਾਇਨ ਕੀ ਕਰ ਚੰਚਲਤਾ ਚਹ ਕੋਟ ਕੀ, ਭੀਤ ਕੇ ਜਾਓ ਮਜਾਰੀ। ਔਰ ਇਹਨੇ ਬੜੀ ਤੇਜ਼ੀ ਦੇ ਨਾਲ, ਬੜੀ ਚੰਚਲਤਾ ਦੇ ਨਾਲ, ਬੜੀ ਕਾਹਲੀ ਦੇ ਨਾਲ ਮਤਲਬ ਕਿਲੇ ਦੇ ਗੇਟ ਵੱਲ ਵਧਣਾ ਕੀਤਾ ਹੈ ਜੀ। ਆਪਣੀ ਭੂਰ ਬਹਾਦਰੀ ਕੋ ਦਿਖਰਾਵਤ ਹੈ, ਕਰ ਕੌਤਕ ਭਾਰੀ। ਔਰ ਆਪਣੀ ਬਹਾਦਰੀ ਨੂੰ ਦਿਖਾਉਂਦਾ ਹੋਇਆ ਸ਼ਾਇਦ ਇਹ ਖਵਾਜਾ ਮਰਦੂਦ ਵਜੀਦੇ ਜ਼ਬਰਦਸਤ ਖਾਨ ਵਰਗੇ ਜਰਨੈਲਾਂ ਨੂੰ ਇਹ ਵਿਖਾਉਣਾ ਚਾਹੁੰਦਾ ਸੀ ਕਿ ਦੇਖੋ ਮੇਰੇ 'ਚ ਕਿੰਨੀ ਤੇਜ਼ੀ ਫੁਰਤੀ ਹੈ, ਮੈਂ ਗੜੀ ਵਿੱਚ ਵੜ ਗਿਆ। ਪਰ ਉਸ ਤੋਂ ਪਹਿਲਾਂ ਹੀ ਸ੍ਰੀ ਗੁਰ ਕੀ ਤਪ ਨੀਟ ਪਰਿਓ ਕਰ, ਦੂਰਣ ਤਾਖਰ ਤੀਰ ਸੰਚਾਰੀ। ਔਰ ਪ੍ਰੀਤਮ ਦੀ ਗੜੀ ਤੋਂ ਨਿਗਾਹ ਪਈ ਆ, ਅਟਾਰੀ ਤੋਂ ਨਿਗਾਹ ਪਈ ਹੈ ਤੇ ਤੇਜ਼ੀ ਨਾਲ ਪਾਤਸ਼ਾਹ ਨੇ ਆਪਣੇ ਮਿਆਨ ਚੋਂ ਇੱਕ ਤੀਰ ਚੱਕਿਆ ਹੈ ਜੀ। ਗਿਆਨ ਵਿਹੀਨ ਕਿਰਪਾਨ ਨਚਾਵਤ, ਦੂਸਰ ਪਾਨ ਮੈਂ ਢਾਲ ਸੰਭਾਰੀ। ਜਿਸ ਨਾਹਰ ਖਾਨ ਦੇ ਇੱਕ ਹੱਥ ਵਿੱਚ ਤਲਵਾਰ ਤੇ ਦੂਜੇ ਹੱਥ ਵਿੱਚ ਢਾਲ ਸੀ। दौरत एक दीवार तजी गढ़ूंगी, दीवार को जात निहारी। और ये भज के आके जिहड़ा है गड़ी दी कंध दे कोल पहुंचिया है ते उसनू देखण लग्या ਇਹਦੇ ਉੱਪਰ ਚੜਨ ਲਈ ਜਾਂ ਇਹਦੇ ਅੰਦਰ ਵੜਨ ਲਈ। कान लो तान की बान तजियो सो, अचानक जाए लगे हो बारी। और उधर मेरे प्रीतम ਦੀ ਵੀ ਨਿਗਾਹ ਸੀ ਤੇ ਉਹਨਾਂ ਨੇ ਖਿੱਚ ਕੇ ਕੰਨ ਤੱਕ ਕਮਾਨ ਦੀ ਤੰਦੀ ਤੇ ਤੀਰ ਜਦ ਛੱਡਿਆ ਨਾ ਇਹਦੇ ਢਿੱਡ ਚੋਂ ਵੱਜ ਕੇ ਢੂਹੀ ਵਾਲੇ ਪਾਸੇ ਪਾਰ ਹੋ ਗਿਆ ਹੈ ਜੀ। ਜਾਂ ਉੱਡ ਕੇ ਵੱਡ ਸਰਪ ਕਿਉ ਵਰਮੀ, ਵਰਕੇ ਨੇ ਅੰਗ ਦਿਖਾਰੀ। ਔਰ ਤੀਰ ਇਹਦੇ ਢਿੱਡ ਵਿੱਚ ਇਉਂ ਲੁਕ ਗਿਆ ਜਿਸ ਤਰ੍ਹਾਂ
ਸੱਪ ਖੱਡ ਵਿੱਚ ਵੜ ਜਾਵੇ। ਪੀਛਨ ਪੀਛਨ ਚੋਰਿਓ ਨਿਰੀਚਤ ਚਾਲ ਉਚਾਲਤ ਕੀ ਲਗ ਛਾਤੀ। ਔਰ ਭਿਆਨਕ ਤਿੱਖਾ ਤੀਰ ਜਦ ਪਾਤਸ਼ਾਹ ਜੀ ਨੇ ਛੱਡਿਆ ਤੇ ਇਸ ਨੂੰ ਵਿੰਨ ਲਿੱਤਾ ਹੈ ਜੀ। ਪਾਈ ਪ੍ਰਸਾਦ ਕਰਿਓ ਤਬ ਕਰ ਮੈਂ ਰਹੇਗੀ ਕਰਵਾਰ ਕਪਾਤੀ। ਔਰ ਕੰਬਦੇ ਹੋਏ ਹੱਥ ਵਿੱਚ ਤਲਵਾਰ ਰਹਿ ਗਈ ਕੰਬਦੀ ਹੋਈ ਅਤੇ ਉਹ ਡਿੱਗ ਪਿਆ ਹੈ ਜੀ। ਪਾਰ ਪਰਿਓ ਸਰ ਸ਼ੂਕ ਕੜਿਓ ਤਰ ਜੋ ਉਥਲਿਓ ਉਪਮਾ ਉਪਜਾਤੀ। ਜਿਸ ਵੇਲੇ ਉਹ ਤੀਰ ਇਹਦੇ ਪੇਟ ਚੋਂ ਵੱਜ ਕੇ ਦੂਜੇ ਪਾਸੇ ਪਾਰ ਹੋ ਗਿਆ ਹੈ ਤੇ ਇਉਂ ਉਛਲ ਕੇ ਡਿੱਗਿਆ ਹੈ। ਭਾਈ ਸਾਹਿਬ ਜੀ ਇਹਦੀ ਉਪਮਾ ਕੀ ਦੱਸਦੇ ਹਨ? ਵਾਯੂ ਸੋ ਮੇਘ ਵਿਸਾਲ ਪਇਓ ਤਰਤੀ ਚਿਨ ਮੂਲ ਤਰਾਪੇ ਪਪਾਤੀ। ਜਿਵੇਂ ਤੇਜ ਝਖੇੜਾ ਹੋਵੇ, ਉਹਨਾਂ ਨੂੰ ਕਹਿ ਠੀਕ ਕਰਨਗੇ। ਜਿਵੇਂ ਤੇਜ ਝਖੇੜਾ ਹੋਵੇ ਗੁਰੂ ਪਿਆਰਿਓ, ਤੇਜ ਹਨੇਰੀ ਵਗਦੀ ਹੋਵੇ, ਉਸ ਤਰ੍ਹਾਂ ਦਰਖਤ ਡਿੱਗ ਪੈਣ, ਕੋਠੇ ਦੇ ਬਨੇਰੇ ਡਿੱਗ ਪੈਣ, ਇਉਂ ਜਿਹੜਾ ਨਾਰ ਖਾਨ ਡਿੱਗ ਪਿਆ ਹੈ ਜੀ। ਉਗਲੇ ਜੋ ਪਠਾਨ ਬਲੋਕਤ ਤੇ ਬਹਿ ਪਾਏ ਮਹਾਦਬ ਕੀ ਪਿਛਵਾਈ। ਇਸ ਤਰ੍ਹਾਂ ਗੁਰੂ ਪਿਆਰਿਓ ਜਿਸ ਵੇਲੇ ਇਹ ਡਿੱਗ ਪਿਆ ਤੇ ਜਿਹੜੇ ਇਹਦੇ ਮਗਰ ਆ ਰਹੇ ਸੀ ਅੱਗੇ ਵਧਣ ਵਾਸਤੇ, ਜਿਹੜੇ ਇਹਦੇ ਮਗਰ ਆ ਰਹੇ ਸੀ ਵੀ ਇਹ ਉੱਤੇ ਚੜ੍ਹੇਗਾ ਜਾਂ ਗੇਟ ਖੋਲ੍ਹ ਲਵੇਗਾ ਡਿਉੜੀ ਦਾ, ਅਸੀਂ ਪਿੱਛੇ ਹੀ ਹਮਲਾ ਕਰ ਦਿਆਂਗੇ, ਉਹ ਸਾਰੇ ਹੀ ਦਬਕ ਗਏ, ਘਬਰਾ ਗਏ, ਪਿੱਛੇ ਹਟ ਗਏ। ਪਰ ਦੂਦੇ ਖਵਾਜ ਦੀਵਾਰ ਕੀ ਸਾਇਓ ਮੈਂ ਬੈਠ ਰਿਓ ਤਨ ਨਾ ਉਕਸਾਈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਫਰਨਾਮੇ ਵਿੱਚ ਲਿਖਦੇ ਹਨ, ਕਹਿੰਦੇ ਤੇਰਾ ਇੱਕ ਖਵਾਜਾ ਜਿਹੜਾ ਆਪਣੇ ਆਪ ਨੂੰ ਮਰਦ ਕਹਾਉਂਦਾ ਸੀ, ਉਹਨੂੰ ਇੱਥੇ ਮਰਦੂਦ ਕਿਹਾ ਇਤਿਹਾਸ ਵਿੱਚ, ਫਿਰ ਨਮਰਦ ਕਹਿੰਦੇ ਤੇਰਾ ਉਹ ਖਵਾਜਾ ਮਰਦੂਦ ਜਿਹੜਾ ਚਾਹੁੰਦਾ ਸੀ ਸਾਡੇ ਵੱਲ ਆਉਣਾ, ਅਸੀਂ ਸਲਾਹ ਕੀਤੀ ਸੀ ਉਹਨੂੰ ਵੀ ਇੱਕ ਤੀਰ ਬਖਸ਼ ਦਈਏ, ਪਰ ਮਰਦੂਦ ਕੰਧ ਦੇ ਓਹਲੇ ਲੁਕ ਗਿਆ, ਉਹ ਕੰਧ ਦੇ ਓਹਲੇ ਹੀ ਲੁਕ ਗਿਆ, ਇਸ ਕਰਕੇ ਉਹ ਸਾਡੇ ਤੀਰ ਨੂੰ ਪ੍ਰਾਪਤ ਨਹੀਂ ਕਰ ਸਕਿਆ। ਇਤਿਹਾਸ ਕਹਿੰਦਾ ਕਿ ਸਤਿਗੁਰਾਂ ਦੇ ਹੱਥੋਂ ਮਰਨ ਵਾਲੇ ਸਿਰੇ ਮੁਕਤ ਹੋਏ ਹਨ, ਭਾਵੇਂ ਉਹ ਮੁਗਲਾਂ ਦੀ ਫੌਜ ਦੇ ਮਨੁੱਖ ਹਨ ਸਾਰੇ, ਪਰ ਸਤਿਗੁਰਾਂ ਦੇ ਤੀਰ ਜਿਸ ਨੂੰ ਵੀ ਲੱਗੇ ਉਹਨਾਂ ਦੀ ਮੁਕਤੀ ਹੋਈ ਆ। ਤਾਂ ਇਹ ਮਰਦੂਦ ਖਵਾਜਾ ਜਿਹੜਾ ਹੈ ਕੰਧ ਦੇ ਓਹਲੇ ਹੋ ਗਿਆ, ਆਪਣੇ ਸਰੀਰ ਕਰਕੇ ਹੱਲਿਆ ਵੀ ਨਹੀਂ, ਉਕਸਿਆ ਭਾਵ ਹੱਲਿਆ ਵੀ ਨਹੀਂ। ਪਾਟੀ ਔਰ ਬੇਹੋਰ ਹੈਰਾਨ ਪਏ ਸਰਦਾਰ ਮਹਾਨ ਹਨਿਓ ਸਰ ਆਈ। ਇਸ ਤਰ੍ਹਾਂ ਗੁਰੂ ਪਿਆਰਿਓ ਭੱਟ ਸਿਪਾਹੀ ਤੇ ਹੋਰ ਸਾਰੇ ਹੈਰਾਨ ਹੋ ਗਏ। ਸਰਦਾਰ ਮਹਾਨ ਹਣਿਓ ਸਰ ਆਈ, ਕਹਿੰਦੇ ਇੱਕ ਤੀਰ ਆਇਆ ਤੇ ਸਾਡਾ ਵੱਡਾ ਸਰਦਾਰ ਭਾਵ ਨਾਰ ਖਾਂ ਮਾਰ ਦਿੱਤਾ ਹੈ ਜੀ। ਗਨ ਤੀਰ ਤੁਫੰਗ ਨੇਤਰ ਹੈ ਵਕਾਰ ਪੈਰ ਨਾ ਘਾਲਤ ਹੈ ਅਗਵਾਈ। ਉਥੋਂ ਹੀ ਆਪਣੇ ਤੀਰ ਤੇ ਬੰਦੂਕਾਂ ਚਲਾਉਣ ਲੱਗੇ ਖੜ ਕੇ ਮੁਗਲ ਤੁਰਕ, ਹੁਣ ਪੈਰ ਉਹਨਾਂ ਦੇ ਗਾਹਾਂ ਜਾਣ ਦੀ ਬਜਾਏ ਪਿੱਛੇ ਹਟਣ ਲੱਗੇ। ਵਾਜਾ ਦੁਰਿਓ ਲਿਖ ਕੇ ਗਤ ਤਾਏ ਹੈ ਗੈਰਤ ਖਾਨ ਕਰੀ ਚਪਲਾਈ। ਔਰ ਨਾਹਰ ਖਾਨ ਦੀ ਜਿਹੜੀ ਉਸ ਨੇ ਹਾਲਤ ਵੇਖੀ ਆ ਉਸ ਵੇਲੇ ਮਰਦੇ ਦੀ, ਉਸ ਨੂੰ ਵੇਖ ਕੇ ਖਵਾਜਾ ਮਰਦੂਦ ਲੁਕ ਗਿਆ ਤੇ ਨਾਹਰ ਖਾਨ ਦੀ ਗਤੀ ਦੇਖ ਕਰਕੇ ਪਿੱਛੇ ਹਟਿਆ। ਕੋਟ ਦੀਵਾਰ ਕੋ ਆਵਣ ਲਾਗ ਪਰਿਓ ਜੈ ਨਾਹਰ ਖਾਂ ਅਗਵਾਈ। ਔਰ ਕੰਧ ਦੇ ਓਲੇ ਓਲੇ ਚੱਲਦਾ ਹੋਇਆ ਪਿੱਛੇ ਹਟਣ ਲੱਗਿਆ ਜਿੱਥੋਂ ਦੀ ਨਾਹਰ ਖਾਂ ਵਧਿਆ ਸੀ। ਸ੍ਰੀ ਗੁਰ ਦੀਠ ਪਰਿਓ ਤਬੋਂ ਤਤਕਾਲੀ ਤੀਰ ਲੈ ਜੈ ਤਸਾਈ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਜ਼ਰ ਵਿੱਚ ਇਹ ਆਇਆ ਜਿੱਥੋਂ ਤੀਰ ਵੱਜ ਸਕਦਾ ਸੀ। ਐਚਿਤ ਛੋੜ ਦਿਓ ਸਰ ਕੋਲ ਗਿਓ ਅਰ ਔਰ ਦਿਓ ਉਥਲਾਈ। ਤਾਂ ਗੁਰੂ ਪਿਆਰਿਓ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਇਸ ਨੂੰ ਵੀ ਇੱਕ ਤੀਰ ਨਾਲ ਬਿੰਨ ਦਿੱਤਾ ਹੈ। ਵੈ ਸਰਦਾਰ ਹਤੀ ਜਪਿਓ ਤਬ ਸਾਇਓ ਦੀਵਾਰ ਕੋ ਤਿਆਗਤ ਨਾਹੀ। ਤਾਂ ਇਹਨਾਂ ਦੇ ਦੋ ਜਰਨੈਲ ਮਾਰੇ ਗਏ ਗੁਰੂ ਪਿਆਰਿਓ ਮੁਗਲਾਂ ਦੇ,
ਪਰ ਹਜੇ ਵੀ ਇਹ ਦੀਵਾਰ ਨੂੰ ਛੱਡਦੇ ਨਹੀਂ। ਕਾਇਰ ਹੈ ਬਥਿਰ ਹੋਤ ਗਏ ਨਹਿ ਆਏ ਸਕੇ ਸੋ ਮਦਾਨ ਕੇ ਮਾਹੀ। ਔਰ ਕਾਇਰ ਹੋ ਗਏ। ਕੰਧ ਕਿਉਂ ਨਹੀਂ ਛੱਡਦੇ? ਭਾਵ ਕੰਧ ਦੇ ਨਾਲ ਲਾਗੇ ਓਲੇ 'ਚ ਹੋ ਗਏ, ਪਿੱਛੇ ਨਹੀਂ ਹਟਦੇ, ਮੈਦਾਨ ਵੀ ਸਾਹਮਣੇ ਨਹੀਂ ਆਉਂਦੇ। ਔਰ ਦਿਸ਼ਾ ਕਨ ਸ਼ਤਰੂ ਬਿਲੋਕਤ ਬਾਨਣ ਕੀ ਬਰਖਾ ਤਜ ਤਾਹੀ। ਔਰ ਜਿਹੜੇ ਸਤਿਗੁਰਾਂ ਦੀ ਨਿਗਾਹ ਹੇਠ ਆ ਰਹੇ ਆ ਦੁਸ਼ਮਣ, ਸਤਿਗੁਰੂ ਅਤੇ ਜੋ ਸਿੰਘ ਬਾਕੀ ਗੜੀ ਦੇ ਉੱਪਰ ਹਨ, ਉਹ ਤੀਰਾਂ ਦੀ ਵਰਸ਼ਾ ਉਹਨਾਂ ਤੇ ਕਰ ਰਹੇ ਹਨ। ਜੇਦਤ ਪੰਚੇ ਸਾਤ ਕੇ 9-10 ਮਾਰ ਹਜ਼ਾਰੋ ਕੋ ਬਿਨ ਸਾਹੀ। ਇਉਂ ਸਤਿਗੁਰਾਂ ਦਾ ਇੱਕ ਇੱਕ ਤੀਰ 5-7 9-10 ਨੂੰ ਜਿੰਨੇ ਵੀ ਤੀਰ ਦੀ ਮਾਰ ਵਿੱਚ ਸਾਹਮਣੇ ਆ ਜਾਂਦੇ ਲੈਣ 'ਚ, ਉਹਨਿਆਂ ਨੂੰ ਵਿੰਨ ਦਿੰਦੇ। ਏਤਕ ਸਿੰਘ ਮਰੇ ਡਰ ਬਾਹਰ ਚਾਹਰ ਜੰਗ ਦਿਖਾਏ ਉਦਾਰੀ। ਔਰ ਇਸ ਤਰ੍ਹਾਂ ਬਾਹਰ ਜੰਗ ਦੇ ਮੈਦਾਨ ਵਿੱਚ ਵੀ ਜ਼ਾਹਰ ਭਾਵ ਪ੍ਰਤੱਖ ਰੂਪ 'ਚ ਹੱਥੋਂ ਹੱਥੀ ਗੁੱਥਮ ਗੁੱਥੀ ਇੱਕ ਦੂਜੇ ਦੇ ਸਾਹਮਣੇ ਆ ਕੇ ਕਿਤਨੇ ਹੀ ਸਿੰਘ ਲੱਖਾਂ ਦੀ ਗਿਣਤੀ ਵਿੱਚ ਦੁਸ਼ਮਣਾਂ ਨੂੰ ਵੜਦੇ ਹੋਏ ਸ਼ਹੀਦੀਆਂ ਪਾ ਗਏ ਜੀ। ਏਤਕ ਅੰਤਰ ਵੀਰ ਨਿਰੰਤਰ ਜੂਝਤ ਹੈ ਸਰ ਬ੍ਰਿੰਦਨ ਮਾਰੇ। ਔਰ ਕਿਤਨੇ ਹੀ ਗੁਰੂ ਪਿਆਰਿਓ ਅੰਤਰ ਬੀਚ ਨਿਰੰਤਰ ਜੂਝਤ ਹੈ ਸਰ ਬ੍ਰਿੰਦਨ ਮਾਰੇ। ਅੰਦਰ ਰਹਿਣ ਵਾਲੇ ਸਿੰਘਾਂ ਨੇ ਬੇਅੰਤ ਹੀ ਅੰਦਰੋਂ ਵੀ ਤੀਰ ਚਲਾ ਚਲਾ ਕੇ ਦੁਸ਼ਮਣ ਨੂੰ ਮਾਰਨਾ ਕੀਤਾ ਹੈ। ਛੋਰਤ ਗੋਲੀ ਲਗੇ ਰਿਪ ਔਰੀ ਸਰੀਰਨ ਫੋਰ ਜਿਮੀ ਪਰ ਡਾਰੇ। ਔਰ ਗੜੀ ਦੇ ਉੱਪਰੋਂ ਗੋਲੀਆਂ ਤੀਰ ਛੱਡਦੇ ਆ, ਦੁਸ਼ਮਣ ਦੇ ਸਿਰ ਫੁੱਟ ਜਾਂਦੇ ਆ, ਛਾਤੀਆਂ ਫੁੱਟ ਜਾਂਦੀਆਂ। ਏਲ ਕੋ ਪਾਵਤ ਆਵਤ ਧਾਵਤ ਪ੍ਰਾਨ ਗਵਾਵਤ ਪੁੰਜ ਜੁਝਾਰੀ। ਮੂਹਰਲੇ ਮੁਗਲ ਮਰ ਜਾਂਦੇ ਆ, ਮੂਹਰਲੇ ਤੁਰਕ ਮਾਰੇ ਜਾਂਦੇ ਆ, ਮਗਰਲੇ ਫਿਰ ਅੱਗੇ ਵਧਦੇ ਆ, ਉਹ ਵੀ ਮਾਰੇ ਜਾਂਦੇ ਆ, ਫਿਰ ਛੋ ਹੋਰ ਅੱਗੇ ਵਧਾਉਂਦੇ ਆ, ਕਿਉਂਕਿ ਜਰਨੈਲਾਂ ਦਾ ਕੰਮ ਹੈ ਹੱਲਾਸ਼ੇਰੀ ਦੇਣਾ, ਚਲੋ ਅੱਗੇ ਵਧੋ। ਤੋ ਜਿੰਨੇ ਅੱਗੇ ਵਧਦੇ ਆ ਗੁਰੂ ਕੀਆਂ ਫੌਜਾਂ ਗੜੀ ਤੋਂ ਤੀਰ ਬੰਦੂਕ ਦਾ ਵਾਰ ਕਰਕੇ ਉਹਨਾਂ ਨੂੰ ਉੱਥੇ ਹੀ ਢੇਰ ਕਰ ਰਹੀਆਂ। ਦੇਖ ਮੇਰੇ ਉਮਰ ਆਪ ਕਹੇ ਸਭੀ ਇੱਕ ਵਾਰ ਕਰੋ ਬੜੇਲਾ। ਜਦੋਂ ਇਹਨਾਂ ਨੇ ਵੇਖਿਆ ਵੀ ਇਹ ਤਾਂ ਕੰਮ ਲੋਟ ਨਹੀਂ ਆ ਰਿਹਾ, ਤੇ ਜਰਨੈਲਾਂ ਨੇ ਸਲਾਹ ਕੀਤੀ ਆਪਾਂ ਇਕੱਠੇ ਹੋ ਕੇ ਹਮਲਾ ਕਰੀਏ। ਉਦ ਪਰੋ ਗੜ ਅੰਤਰ ਸਮੁਖ ਲਾਖਨ ਕੋ ਕਿਮ ਉਪਰ ਝੀਲਾ। ਆਪਾਂ ਲੱਖਾਂ ਦੀ ਗਿਣਤੀ ਵਿੱਚ ਆ, ਹਜੇ ਵੀ 10 ਲੱਖ ਸੀ ਨਾ, ਭਾਵੇਂ ਬਹੁਤ ਮਾਰੇ ਗਏ ਆ, ਹਜੇ ਵੀ ਕਹਿੰਦੇ ਆਪਾਂ ਬਹੁਤ ਆ ਯਾਰ, ਇਕੱਠੇ ਹੋ ਕੇ ਹਮਲਾ ਕਰੀਏ। ਗੋਬਿੰਦ ਸਿੰਘ ਗੁਰੂ ਕਹਿ ਲੀਜੈ ਕੀਜੇ ਔਜ ਪਲੋ ਅਬ ਬਿਲਾ। ਅੱਜ ਦਾ ਸਮਾਂ ਜਿਹੜਾ ਆਪਾਂ ਸਫਲਾ ਕਰੀਏ, ਜ਼ੋਰ ਲਾਓ, ਇੱਕ ਵਾਰੀ ਤਕੜਾ ਜਿਹਾ ਹਮਲਾ ਕਰੋ ਤੇ ਗੁਰੂ ਗੋਬਿੰਦ ਸਿੰਘ ਨੂੰ ਫੜ ਲਓ। ਜੰਗ ਕੋ ਅੰਤ ਕਰੋ ਚਲ ਛਾਪੈ ਲੈ ਬਖਸ਼ੀਸ਼ ਕੋ ਹੁਜੇ ਸੁਹੀਲਾ। ਔਰ ਇਸ ਜੰਗ ਦਾ ਅੰਤ ਕਰੀਏ, ਖਾਤਮਾ ਕਰੀਏ ਤੇ ਸਾਥੋਂ ਬਖਸ਼ਾਂ ਲੈ ਕੇ ਤੁਸੀਂ ਆਪਣੀ ਜ਼ਿੰਦਗੀ ਮਾਣਿਓ। ਜਰਨੈਲ ਕਹਿੰਦੇ ਆ ਸਿਪਾਹੀਆਂ ਨੂੰ, ਤਕੜਾ ਜਿਹਾ ਹਮਲਾ ਕਰੋ, ਬਸ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਫੜ ਕੇ ਫੜਾ ਦਿਓ ਸਾਨੂੰ, ਫਿਰ ਅਸੀਂ ਤੁਹਾਨੂੰ ਬੜੀਆਂ ਬਖਸ਼ਾਂ ਕਰਾਂਗੇ, ਬਖਸ਼ੀਸ਼ਾਂ ਦੇਵਾਂਗੇ, ਤੁਸੀਂ ਆਨੰਦ ਮਾਣਿਓ। ਜੋ ਕਹਿ ਕੇ ਚੋ ਔਰ ਕਿਰੇ ਬਹੁ ਬੋਲ ਪਰੇ ਕਰਹਿ ਵਿਸਾਲਾ। ਇਸ ਤਰ੍ਹਾਂ ਗੜੀ ਦੇ 4 ਛਪੇਰੇ ਘੇਰਾ ਪਾਇਆ ਹੋਇਆ ਤੇ ਆਪਣੇ ਸਿਪਾਹੀਆਂ ਨੂੰ ਇਦਾਂ ਕਹਿ ਰਹੇ ਹਨ। ਉਹ ਤੋ ਕੋਲਾਹਲ ਵੀਰ ਚਲਾ ਚਲਾ ਲਾਖੋ ਹਲਾਹਲ ਕੂਕ ਕਰਾਲਾ। ਬੜਾ ਰੌਲਾ ਪੈ ਰਿਹਾ, ਕੋਲਾਹਲ ਬੜਾ ਰੌਲਾ ਪੈ ਰਿਹਾ, ਵੀਰ ਚਲਾ ਚਲ ਫੌਜੀ ਭਜੇ ਫਿਰਦੇ ਆ ਇਧਰ ਉਧਰ, ਲੱਖੋਂ ਬੇਅੰਤ ਗਿਣਤੀ ਦੇ ਵਿੱਚ ਹਲਾ ਹਲ ਕੂਕ ਕਰਾਲਾ, ਫੜ ਲੋ ਮਾਰ ਲੋ ਦੇ ਰੌਲੇ ਪੈ ਰਹੇ ਨੇ। ਛੂਟਤ ਫੰਗ ਬੜਾ ਬੜ ਮਾਚਤ ਰਾਚਤ ਸ਼ਰੋਣ ਫਿਰੇ ਅਲਬਾਲਾ। ਇਸ ਤਰ੍ਹਾਂ ਬੰਦੂਕਾਂ ਛੁੱਟਦੀਆਂ, ਤਾੜ ਤਾੜ ਗੋਲੀਆਂ ਚੱਲਦੀਆਂ ਔਰ ਵੱਜਦੀਆਂ ਔਰ ਖੂਨ ਦੀਆਂ ਨਦੀਆਂ ਵਹਿ ਤੁਰਦੀਆਂ। ਕਾਇਲ ਹੈ ਬਿਗਿਰ ਭੂਮ ਪਰੇ ਤਰਫੈ ਤਨ ਲੋਟਤ ਪ੍ਰਾਪਤ ਕਾਲਾ। ਔਰ ਬੇਅੰਤ ਤੁਰਕਾਂ ਦੀ ਫੌਜ ਜਿਹੜੀ ਹੈ ਜੋ ਗੜੀ ਦੇ ਸਾਹਮਣੇ ਆਉਂਦੀ ਹੈ, ਸਿੰਘਾਂ ਦੇ ਘਾਇਲ ਹੋ ਕੇ ਜ਼ਖਮੀ ਹੋ ਕੇ ਤੜਫ ਰਹੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਬਲੋਕਤ ਰੋਕਤ ਸ਼ੋਕ ਦੇ ਸ਼ਤਰਨ ਕੋ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਸ਼ਮਣ ਨੂੰ
ਆਪਣੇ ਵਾਰ ਦੇ ਨਾਲ ਵੀ ਰੋਕ ਰਹੇ ਹਨ। ਬਾਨ ਸਮੂਹ ਪਰ ਹਾਰਤ ਹੈ ਬਦ ਆਗੇ ਜਵਾਬਤ ਦੇਹਨ ਕੋ। ਜਿਹੜਾ ਵੀ ਅੱਗੇ ਵੱਧਦਾ ਗੜੀ ਦੇ ਵੱਲ ਉਸ ਨੂੰ ਵੀ ਪਾਤਸ਼ਾਹ ਜੀ ਆਪਣੇ ਤੀਰ ਦੇ ਨਾਲ ਮਾਰ ਕੇ ਸਿੱਟ ਦਿੰਦੇ ਹਨ। ਲੋਥਨ ਪੋਥਨ ਢੋਰ ਗਏ ਲਗ ਉਪਰ ਨੀਚੇ ਪਰੇ ਤਨ ਕੋ। ਇਸ ਤਰ੍ਹਾਂ ਗੁਰੂ ਪਿਆਰਿਓ ਲੋਥਾਂ ਤੇ ਲੋਥਾਂ ਚੜ ਗਈਆਂ, ਲੋਥਾਂ ਦੇ ਢੇਰ ਲੱਗ ਗਏ। ਕੁਝ ਮਰੇ ਹਨ ਤੇ ਕੁਝ ਮਰਿਆਂ ਦੇ ਵਿੱਚ ਜ਼ਖਮੀ ਵੀ ਫਸੇ ਹੋਏ ਕੁਰਲਾ ਰਹੇ ਹਨ। ਇਸ ਤਰ੍ਹਾਂ ਗੁਰੂ ਪਿਆਰਿਓ ਬੇਅੰਤ ਦੁਨੀਆ ਤੁਰਕਾਂ ਦੀ ਫੌਜ ਵੱਢੀ ਗਈ ਹੈ। ਚੌਂਕਿਰ ਸ਼੍ਰਿੰਗ ਸ਼ਰਬੀ ਜਲ ਕੋਤੇ ਮਾ ਸ਼੍ਰਵਣ ਚਲਿਓ ਸ਼ਬ ਢੀਰਗ ਕੋ। ਇਸ ਤਰ੍ਹਾਂ ਗੁਰੂ ਪਿਆਰਿਓ ਕਹਿੰਦੇ ਜਿਸ ਤਰ੍ਹਾਂ ਮੁਰਦਿਆਂ ਦੇ ਢੇਰਾਂ ਵਿੱਚੋਂ ਖੂਨ ਵਹਿੰਦਾ ਹੈ ਔਰ ਜਿਵੇਂ ਪਹਾੜ ਦੀ ਚੋਟੀ ਤੋਂ ਜਲ ਚੋਂਦਾ ਹੈ, ਇਉਂ ਜਿਹੜੇ ਢੇਰ ਲੱਗੇ ਹੋਏ ਆ, ਜਿਵੇਂ ਝਰਨੇ ਨਹੀਂ ਵਗਦੇ ਹੁੰਦੇ ਪਹਾੜਾਂ ਤੋਂ, ਉਹਨਾਂ ਢੇਰਾਂ ਉੱਤੇ ਜਿਹੜੇ ਵੱਡੇ ਹੋਏ ਪਏ ਆ, ਜ਼ਖਮੀ ਪਏ ਆ, ਜਿਨ੍ਹਾਂ ਦੇ ਖੂਨ ਵਗ ਰਹੇ ਨੇ, ਇਉਂ ਸੀਨ ਬਣਾਤਾ। ਭਾਈ ਸਾਹਿਬ ਜੀ ਕਹਿੰਦੇ ਜਿਵੇਂ ਪਹਾੜਾਂ ਦੇ ਝਰਨਿਆਂ 'ਚੋਂ ਪਾਣੀ ਵਗਦਾ, ਇਉਂ ਖੂਨ ਵਗ ਰਿਹਾ ਹੈ। ਸਾਬਲ ਛੰਦ ਸਾਰੰਗ ਸੰਗ ਸੂਰੇ ਕਰੇ ਮਾਰ ਦੂਰੇ। ਇਉਂ ਤੀਰਾਂ ਦੇ ਨਾਲ ਸੂਰਮੇ ਦੁਸ਼ਮਣ ਨੂੰ ਮਾਰ ਕੇ ਦੂਰ ਕਰਦੇ ਹਨ। ਤੇਰੇ ਓਟ ਲੈ ਕੇ ਮਹਾਤਰਾਸ ਖੈ ਕੇ। ਔਰ ਇਸ ਤਰ੍ਹਾਂ ਦੁਸ਼ਮਣ ਜਿਹੜਾ ਹੈ ਨੇੜੇ ਹੋ ਕੇ ਗੜੀ ਦੀ ਕੰਧ ਦੀ ਓਟ ਵਿੱਚ ਹੋ ਜਾਂਦਾ, ਕਿਉਂਕਿ ਉੱਤੋਂ ਫਿਰ ਇਸ ਤਰ੍ਹਾਂ ਤੀਰ ਜਾਂ ਗੋਲੀ ਚਲਾਉਣੀ ਮੁਸ਼ਕਲ ਹੈ। ਇਸ ਕਰਕੇ ਕਿਤੇ ਨਾ ਕਿਤੇ ਲੁੱਕ ਕੇ ਦੁਸ਼ਮਣ ਤੁਰਕ ਮੁਗਲ ਆਪਣੀ ਜਾਨ ਬਚਾਉਂਦੇ ਹਨ। ਨਹੀਂ ਉਤਸਾਹੀ ਰਿਦੇ ਗਰਭ ਢਾਈ। ਜਿਹੜਾ ਇਹਨਾਂ ਦੇ ਵਿੱਚ ਹੰਕਾਰ ਸੀ ਨਾ ਇਦੋਂ ਪਹਿਲਾਂ ਵੀ ਅਸੀਂ ਜਾ ਕਰਕੇ ਹੁਣੇ ਹੀ ਫੜ ਲੈਣਾ, ਸਾਡੀ ਲੱਖਾਂ ਦੀ ਗਿਣਤੀ ਹੈ, ਉਹਨਾਂ ਦੀ ਤਾਂ ਬਹੁਤ ਥੋੜ੍ਹੀ ਗਿਣਤੀ ਹੈ, ਉਹ ਉਤਸ਼ਾਹ ਇਹਨਾਂ ਦਾ ਸਾਰਾ ਜਿਹੜਾ ਹੈ ਖਤਮ ਹੋ ਗਿਆ ਹੈ। ਵਿਚਾਰੀ ਅਸੰਭੈ ਮਹਾਨੇ ਅਚੰਭੈ। ਔਰ ਇਹਨਾਂ ਨੂੰ ਹੁਣ ਇਹ ਜੰਗ ਜਿੱਤਣਾ ਅਸੰਭਵ ਲੱਗਦਾ ਵੀ ਨਹੀਂ ਜਿੱਤ ਸਕਦੇ। ਇਹ ਜੰਗ ਜਿੱਤਣਾ ਬੜਾ ਔਖਾ ਹੈ। ਮਹਾਨੇ ਅਚੰਭੈ, ਹੈਰਾਨ ਬੜੇ ਹਨ। ਹਜ਼ਾਰੋਂ ਪ੍ਰਹਾਰੈ ਅੰਬਾਰੈ ਨਿਹਾਰੈ। ਤੇ ਜਿਸ ਵੇਲੇ ਗੁਰੂ ਪਿਆਰਿਓ ਮੁਰਦਿਆਂ ਵੱਲ ਨਿਗਾਹ ਮਾਰਦੇ ਐ ਤੇ ਹੈਰਾਨ ਹੁੰਦੇ ਆ ਵੀ ਯਾਰ ਇਹ 40 ਦੱਸੀ ਦੇ ਆ ਗੜੀ ਦੇ ਵਿੱਚ, ਤੇ ਸਾਡਾ ਜਿਹੜਾ ਹੈ ਗੜੀ ਦੇ 4 ਛਪੇਰੇ ਮੁਰਦਿਆਂ ਦਾ ਢੇਰ ਇਉਂ ਲੱਗ ਗਿਆ ਜਿਵੇਂ ਦੀਵੇ ਤੇ ਭਮੱਕੜਾਂ ਦਾ ਢੇਰ ਲੱਗਿਆ ਹੁੰਦਾ। ਇਸ ਕਰਕੇ ਉਹ ਹੈਰਾਨ ਹੁੰਦੇ ਐ ਔਰ ਇਹਨਾਂ ਦਾ ਮਨ ਡਿੱਗ ਗਿਆ, ਹੰਕਾਰ ਟੁੱਟ ਗਿਆ ਹੈ। ਵੱਡੇ ਵੱਡੇ ਜਰਨੈਲ ਵੀ ਇਹਨਾਂ ਦੇ ਮਾਰੇ ਗਏ ਹਨ। ਇਸ ਕਰਕੇ ਹੁਣ ਇਹ ਹਥਿਆਰ ਸਿੱਟਣ ਨੂੰ ਤਿਆਰ ਹੋਏ ਲੱਗਦੇ ਆ ਵੀ ਨਹੀਂ ਜਿੱਤ ਸਕਦੇ। ਗਾੜੀ ਬਾਰ ਤੋਰੀ ਮੱਛੀ ਮਾਰ ਘੋਰੀ। ਥੋੜਾ ਸਮਾਂ 3 4 3 3.5 ਪਹਿਰ ਲੜੇ ਆ, ਹਲੇ ਦਿਨ ਛਿਪਣ ਵਾਲਾ ਹੈ। ਤਾਂ ਗੁਰੂ ਪਿਆਰਿਓ 2 ਪਹਿਰ ਤਾਂ ਗੜੀ ਦੇ ਵਿੱਚ ਖੜ ਕੇ ਲੜੇ ਆ ਤੇ 1.5 ਪਹਿਰ ਬਾਹਰ ਆ ਕੇ ਲੜੇ ਆ। ਇਸ ਤਰ੍ਹਾਂ 3 3.5 ਪਹਿਰ ਹੋ ਗਏ ਹਨ ਲੜਦਿਆਂ ਨੂੰ। ਕਹਿੰਦੇ ਲੜੇ ਬਹੁਤ ਥੋੜਾ ਹੈ ਤੇ ਮਾਰ ਬਹੁਤ ਮਾਰੀ ਹੈ ਸਾਨੂੰ। ਦੀਪੋ ਵਿੱਚ 40 14 ਤੇ ਬਿਹਾਲੀ। ਇਸ ਤਰ੍ਹਾਂ ਦੁਸ਼ਮਣ ਦੇ ਵਿੱਚ ਹੁਣ ਜਿਹੜੇ ਭੁੱਖ ਨਾਲ ਬੇਹਾਲ ਸੀ ਉਹ ਖਵਾਜੇ ਪਾਸ ਜਾ ਕੇ, ਭਾਵ ਆਪਣੇ ਜਰਨੈਲ ਕੋਲ ਜਾ ਕੇ ਜਿਹੜੇ ਇਹਨਾਂ ਦੇ ਰਾਜੇ ਆ ਉਹਨਾਂ ਨੂੰ ਮਿਲਦੇ ਹਨ। ਇਹਦੇ ਪਾਸ ਖਵਾਜੇ ਕੀਤੇ ਸੈਲ ਰਾਜੇ। ਜਾਂ ਪਹਾੜੀ ਰਾਜਿਆਂ ਨੂੰ ਜਾਂ ਆਪਣੇ ਜਰਨੈਲਾਂ ਨੂੰ ਮਿਲਦੇ ਹਨ। ਤਬੇ ਸਿੰਘ ਆਰੇ ਰਿਸੇ ਪਾਰ ਠਾਰੇ। ਔਰ ਗੁਰੂ ਪਿਆਰਿਓ ਸਿੰਘਾਂ ਨੂੰ ਗੁੱਸਾ ਚੜ੍ਹਿਆ ਜੋ ਡਿਉੜੀ ਦੇ ਕੋਲ ਖੜੇ ਹਨ। ਚਲੇ ਬਾਜਦਾਰੇ ਭਏ ਸ਼ਤਰੂ ਹਾਰੇ। ਔਰ ਇਸ ਤਰ੍ਹਾਂ ਬਾਜਾਂ ਦੀ ਨਿਆਈ ਉਹਨਾਂ ਸਿੰਘਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ ਔਰ ਸ਼ਤਰੂ ਹੌਲੇ ਹੋ ਗਏ, ਭਾਵ ਘਬਰਾ ਗਏ। ਜਹਾਂ ਠਾਰ ਤਾਵੈ ਤੋ ਫੰਗੇ ਚਲਾਵੈ। ਹਾਂ, ਜਿੱਥੋਂ ਵੀ ਲੋਟ ਲੱਗਦਾ ਨਿਸ਼ਾਨਾ ਵਿਣਦੇ ਐ ਸਿੰਘ ਤੇ ਬੰਦੂਕਾਂ ਚਲਾ ਦਿੰਦੇ। ਤੇਰੇ ਕੋ ਤਕਾਵੈ ਚੜੇ ਹੱਥ ਪਾਵੈ। ਔਰ ਦੁਸ਼ਮਣ ਜਿਹੜਾ ਹੈ ਨਾ ਤਾਂ ਇਹਨਾਂ ਤੋਂ ਗੜੀ ਦਾ ਗੇਟ ਖੁੱਲਦਾ ਤੇ ਨਾ ਇਹ ਕੰਧ ਉੱਤੋਂ ਚੜ੍ਹ ਸਕਦੇ ਆ। ਜਿਹੜੇ ਚੜ੍ਹਨ ਦੀ ਕੋਸ਼ਿਸ਼ ਕਰਦੇ ਆ ਸਿੰਘ ਉਹਨਾਂ ਨੂੰ ਝਟਕਾ ਦਿੰਦੇ ਆ। ਇਸੇ ਕਰਕੇ ਗੜੀ ਦੀ ਕੰਧ ਦੇ ਨਾਲ ਨਾਲ ਲੋਥਾਂ ਦਾ ਢੇਰ ਲੱਗ ਗਿਆ। ਤਾਂ ਇਸ ਤਰ੍ਹਾਂ ਇਹ ਕੋਸ਼ਿਸ਼ ਕਰਦੇ ਆ ਪਰ ਕੋਈ ਇਹਨਾਂ ਦਾ ਹੱਲ ਨਹੀਂ ਹੋ ਰਿਹਾ। ਆਹ ਕੋ ਪਿਆਨੇ ਨਿਕਾਰੀ ਕਿਰਪਾਨੇ। ਇਸ ਤਰ੍ਹਾਂ ਗੁਰੂ ਪਿਆਰਿਓ
ਤਾਹਾਂ ਕੋ ਪਿਆਨੇ, ਕੰਧ ਵੱਲ ਵਧਦੇ ਐ, ਹੱਥ ਵਿੱਚ ਤਲਵਾਰਾਂ ਲੈ ਕੇ। ਬੜੀ ਸਾਵਧਾਨੇ ਬਿਲੋ ਕੇ ਰਿਸਾਨੇ, ਬੜਾ ਗੁੱਸਾ ਇਹਨਾਂ ਨੂੰ ਵੀ। ਪਰ ਵੀਰਤਾਈ ਨਹੀਂ ਸ਼ੱਕ ਪਾਈ। ਪਰ ਗੁਰੂ ਪਿਆਰਿਓ, ਸਾਡੇ ਸੂਰਬੀਰ ਯੋਧੇ ਜਿਹੜੇ ਹਨ ਉਹ ਇਹਨਾਂ ਨੂੰ ਅੱਗੋਂ ਝਟਕਾ ਕੇ ਸਿੱਟ ਦਿੰਦੇ ਹਨ। ਬੜੀ ਧੂਮ ਕਾਲੀ ਬੜੀ ਹਾਲ ਚਾਲੀ। ਇਸ ਤਰ੍ਹਾਂ ਗੁਰੂ ਪਿਆਰਿਓ ਬੜੀ ਹਲਚਲ ਮਚ ਗਈ, ਕਿਉਂਕਿ ਅੰਦਰੋਂ ਜਿਸ ਤਰ੍ਹਾਂ ਜੰਗਲ ਦੇ ਵਿੱਚੋਂ ਇੱਕ ਸ਼ੇਰ ਨਿਕਲੇ ਨਾ, ਸਾਰੇ ਜੰਗਲ ਨੂੰ ਭਾਜੜ ਪੈ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਬੜੀ ਬਿਉਂਤਬੰਦੀ ਦੇ ਨਾਲ, ਜੁਗਤੀ ਦੇ ਨਾਲ ਅੰਦਰੋਂ ਇੱਕ ਇੱਕ, ਦੋ ਦੋ, ਤਿੰਨ ਤਿੰਨ ਸਿੰਘਾਂ ਨੂੰ ਕੱਢਦੇ ਸੀ। 5 ਸਿੰਘ ਵੀ ਇਕੱਠੇ ਭੇਜੇ ਸੀ। ਇਸ ਤਰ੍ਹਾਂ ਗੁਰੂ ਪਿਆਰਿਓ ਜਦੋਂ ਸਿੰਘਾਂ ਨੂੰ ਪਾਤਸ਼ਾਹ ਜੀ ਨੇ ਇਉਂ ਕੱਢਿਆ, ਤੇ ਜਿਹੜੇ ਸਿੰਘ ਆਉਂਦੇ ਆ ਬਾਹਰ, ਤੇ ਉਹ ਇੱਕ ਵਾਰੀ ਨਾ ਸਾਰੀ ਫੌਜ ਨੂੰ ਐਂ ਹਿਲਾ ਦਿੰਦੇ ਆ ਜਿਵੇਂ ਮਸਤ ਹਾਥੀ ਦਰਿਆ ਵਿੱਚ ਵੜ ਕੇ ਪਾਣੀ ਹਿਲਾ ਦਿੰਦਾ। ਕੋ ਸਤਨਾਮ, ਏਦਾਂ ਹਿਲਾ ਦਿੰਦੇ ਹਨ। ਕਰਾ ਚੂਲ ਬਾਹੀ ਕੱਟੇ ਅੰਗ ਲਾਹੀ। ਔਰ ਜਦੋਂ ਅੰਦਰ ਵੜ ਕੇ ਕਰਾ ਚੌਲ ਕਹਿੰਦੇ ਆ ਤਲਵਾਰ ਨੂੰ, ਜਦੋਂ ਤਲਵਾਰ ਬਾਹੁੰਦੇ ਆ ਫੌਜ ਵਿੱਚ ਵੜ ਕੇ, ਤੇ ਉਹਨਾਂ ਦੇ ਲੱਤਾਂ, ਬਾਹਾਂ, ਸਿਰ, ਮੋਢੇ ਆਦਿ ਵੜ ਵੜ ਸਿੱਟਦੇ ਹਨ। ਅੰਤ ਕਾਲ ਡਿਗੇ ਕਨੇ ਸ਼ਰੋਨ ਭਿਗੇ। ਤੇ ਜਦੋਂ ਤਲਵਾਰ ਲੱਗਦੀ ਹੈ ਸਿੰਘਾਂ ਦੀ, ਤੁਰੰਤ ਹੀ ਉਹ ਵੱਢੇ ਜਾਂਦੇ ਹਨ ਔਰ ਖੂਨ ਦੇ ਨਾਲ ਭਿੱਜੇ ਹੋਏ ਡਿੱਗਦੇ ਹਨ। ਜਿੱਤੇ ਦੌਰ ਜਾਵੇ ਤਿੱਤੇ ਭਾਗ ਧਾਵੇ। ਔਰ ਜਿੱਧਰ ਨੂੰ ਵੀ ਦੁਸ਼ਮਣ ਭੱਜਣ ਦੀ ਕੋਸ਼ਿਸ਼ ਕਰਦਾ ਸਿੰਘ, ਉਹਨੂੰ ਛੱਡਦੇ ਨਹੀਂ। ਪਰ ਕੋਈ ਗੁਰੂ ਪਿਆਰਿਓ ਆਪਣੀ ਜਾਨ ਬਚਾਉਣ ਲਈ ਭੱਜ ਵੀ ਜਾਂਦਾ ਹੈ। ਅਰੇ ਅਗਰ ਨਾਹੀ ਮਿਲੇ ਪੀਠ ਜਾਹੀ। ਅਖੀਰ ਗੁਰੂ ਪਿਆਰਿਓ ਹੁਣ ਦੁਸ਼ਮਣ ਸਿੰਘਾਂ ਦੇ ਨਾਲ ਅੜਨ ਤੋਂ ਡਰਨ ਲੱਗਿਆ। ਇਹ ਸੀਲ ਭਾਲੇ ਹਨੇ ਆਨ ਜਾਲੇ। ਔਰ ਹੱਥਾਂ ਦੇ ਵਿੱਚ ਸੇਲੇ, ਭਾਲੇ, ਹੋਰ ਸ਼ਸਤਰ ਲੈ ਕੇ ਇਦੋ ਤੱਕ ਗੌਰੀ ਤਜੇ ਸਿੰਘ ਔਰੀ। ਕੋਈ ਬੰਦੂਕ ਲੈ ਕੇ ਹਮਲਾ ਕਰਦਾ, ਕੋਈ ਸੇਲਾ ਵਰਸ਼ਾ ਲੈ ਕੇ ਹਮਲਾ ਕਰਦਾ ਸਿੰਘਾਂ ਦੇ ਵੱਲ। ਰਹੇ ਦੂਰ ਟਾਂਡੀ ਨਹਿ ਬਤਰ ਗਾਡੀ। ਨੇੜੇ ਨਹੀਂ ਆਉਂਦੇ, ਨੇੜੇ ਨਹੀਂ ਆਉਂਦੇ, ਨੇੜੇ ਆਉਣ ਤੋਂ ਡਰਦੇ ਆ। ਦੂਰੋਂ ਹੀ ਵਰਸ਼ੇ ਚਲਾ ਕੇ ਜਾਂ ਕੋਈ ਹੋਰ ਸ਼ਸਤਰ ਚਲਾ ਕੇ ਹਮਲਾ ਕਰਦੇ ਹਨ। ਬਾਹਾਂ ਤੇਜ ਬਾਤੇ ਬਿਲੋ ਕੇ ਡਰੰਤੇ। ਔਰ ਦੁਸ਼ਮਣ ਜਿਹੜਾ ਹੈ ਲੜ ਵੀ ਰਿਹਾ ਤੇ ਸਿੰਘਾਂ ਦਾ ਜਾਹੋ ਜਲਾਲ ਤੇ ਜੋਸ਼ ਵੇਖ ਕੇ ਡਰ ਵੀ ਰਿਹਾ। ਇਸ ਕਰਕੇ ਉਹ ਡਰਦੇ ਨੇੜੇ ਨਹੀਂ ਆਉਂਦੇ। ਇਸ ਪ੍ਰਕਾਰ ਕਮਸਾਨ ਕਰ ਤਜਗੜ ਬਾਹਰ ਆਏ। ਇਸ ਤਰ੍ਹਾਂ ਹੁਣ ਸਿੰਘ ਜਿਹੜੇ ਹਨ ਕਮਸਾਨ ਦਾ ਜੰਗ ਕਰਨ ਵਾਸਤੇ ਕਿਲੇ ਚੋਂ ਬਾਹਰ ਆਏ ਹਨ। ਅਗਲੇ ਸਿੰਘ ਗਰੀ ਪ੍ਰਹਾਰੀ ਤੁਰਕ ਗਾਨਾ ਮਰੇ ਸਿੰਘ ਰਨ ਥਾਏ। ਇਸ ਤਰ੍ਹਾਂ ਬੇਅੰਤ ਦੁਸ਼ਮਣਾਂ ਨੂੰ ਮਾਰਦੇ ਹੋਏ ਸਿੰਘ ਜਿਹੜੇ ਹਨ ਸ਼ਹੀਦੀਆਂ ਪਾਉਂਦੇ ਹਨ। ਅਰਧ ਸਿੰਘ ਪਹੁੰਚੇ ਸੁਰਗ ਅਰਧ ਗੁਰੂ ਕੇ ਤੀਰ। ਕੋਈ ਇਹ ਜੰਗ ਦੇ ਦੌਰਾਨ ਗੁਰੂ ਪਿਆਰਿਓ ਭਾਈ ਸਾਹਿਬ ਲਿਖਦੇ ਹਨ ਕਿ ਅੱਧੇ ਸਿੰਘ ਜਿਹੜੇ ਹਨ ਉਹ ਸ਼ਹੀਦ ਹੋ ਚੁੱਕੇ ਐ ਤੇ ਅੱਧੇ ਗੜੀ ਦੇ ਉੱਪਰ ਹਨ। ਉਬੇ ਪੁੱਤਰ ਰਸ ਵੀਰ ਮੈਂ ਚਹੇ ਲਰਨ ਪਰ ਵੀਰ। ਔਰ ਸਤਿਗੁਰਾਂ ਦੇ 2 ਸਾਹਿਬਜ਼ਾਦੇ ਵੀ ਉਹਨਾਂ ਦੇ ਕੋਲ ਹਨ ਜਿਹੜੇ ਕਿ ਆਪਣਾ ਜੋਸ਼ ਵਿਖਾਉਣਾ ਚਾਹੁੰਦੇ ਹਨ। ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਇਹਨਾਂ ਦਾ ਵੀ ਇਰਾਦਾ ਹੈ ਕਿ ਗੁਰੂ ਪਾਤਸ਼ਾਹ ਸਾਨੂੰ ਵੀ ਹੁਕਮ ਦੇਣ ਤੇ ਅਸੀਂ ਵੀ ਜਿਹੜਾ ਹੈ ਜੰਗ ਕਰੀਏ ਦੋਹਰਾ। ਸ਼੍ਰੀ ਅਜੀਤ ਸਿੰਘ ਵੀਰ ਬਾਰਾ ਪਿਖ ਸੰਗਰਾਮ ਬਿਰਤੰਤ। ਤਾਂ ਹੁਣ ਜਿਸ ਵੇਲੇ ਬਾਬਾ ਅਜੀਤ ਸਿੰਘ ਜੀ ਨੇ ਗੜੀ ਦੇ ਉੱਤੋਂ ਖੜ ਕੇ ਥੱਲੇ ਹੁੰਦਾ ਸਿੰਘਾਂ ਦਾ ਮੁਗਲਾਂ ਨਾਲ ਜੰਗ ਦੇਖਿਆ। ਸਹਿ ਆਪ ਨਿਕ ਸੰਤਬੈ ਗੁਰੂ ਕੋ ਸੁਤ ਬਲਵੰਤ। ਇਹ ਗੁਰੂ ਕਾ ਵੱਡਾ ਸੁਪੁੱਤਰ ਬਲਵੰਤ ਜੋਰਾਵਰ, ਭਾਵ ਜੋਰਾਵਰ ਦਾ ਇੱਥੇ ਭਾਵ ਹੈ ਬਲਵੰਤ ਤਾਕਤ ਵਾਲਾ। ਜੋਰਾਵਰ ਸਾਹਿਬਜ਼ਾਦਾ ਜੀ ਦਾ ਨਾਮ ਵੀ ਹੈ, ਪਰ ਇੱਥੇ ਹੈ ਬਲਵੰਤ ਦਾ ਭਾਵ ਤਾਕਤ ਵਾਲਾ। ਸਾਹਿਬਜ਼ਾਦਾ ਅਜੀਤ ਸਿੰਘ ਵੱਡਾ ਜੋ ਸਤਿਗੁਰਾਂ ਦਾ ਸੁਪੁੱਤਰ ਹੈ। ਸਬਾਸ ਛੰਦ ਮਨੇ ਵਿਚਾਰ ਹੈ ਤੁਰਕ ਬਿਦਾਰ ਹੈ। ਇਹ ਵੀ ਖੜਾ ਖੜਾ ਉੱਪਰ ਸੋਚਣ ਲੱਗਿਆ ਮੈਂ ਵੀ ਜਾਵਾਂ, ਮੈਨੂੰ ਵੀ ਪਾਤਸ਼ਾਹ ਹੁਕਮ ਦੇਣ
ਤੇ ਮੈਂ ਇਹਨਾਂ ਦੁਸ਼ਮਣਾਂ ਦੀਆਂ ਭਾਜੜਾਂ ਪਾ ਦਿਆਂ। ਤੇਰੇ ਨਾ ਅੰਤਰ ਲਰੇ ਨਿਰੰਤਰ, ਮੈਂ ਵੀ ਬਾਹਰ ਜਾ ਕੇ ਲੜਕੇ ਦਿਖਾਵਾਂ ਗੁਰੂ ਪਿਤਾ ਨੂੰ। ਪ੍ਰਭ ਪ੍ਰਭ ਤੀਰ ਹੈ ਪਹੁੰਚ ਸਧੀਰ ਹੈ। ਔਰ ਸ਼ਹਿਬਜ਼ਾਦਾ ਅਜੀਤ ਸਿੰਘ ਜੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਗਏ ਹਨ। ਸਤਿਗੁਰ ਨੰਦਨਾ ਕਰ ਅਬ ਬੰਦਨਾ, ਜਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ ਔਰ ਫਿਰ ਬੇਨਤੀ ਕਰਦੇ ਹਨ। ਕਹਿ ਕਰ ਜੁਰੈ ਪਿਤੇ ਨ ਹੋਰੈ, ਹੱਥ ਬੰਨ ਕੇ ਸਾਹਮਣੇ ਖੜੇ ਪਿਤਾ ਜੀ ਨੇ ਦੇਖਿਆ। ਸੁਧ ਦਿਸ਼ ਨੈਨੈ ਕਰ ਕਹਿ ਬੈਨੈ, ਗੁਰੂ ਪਿਤਾ ਜੀ ਨੇ ਸਾਹਮਣੇ ਖੜੇ ਅਜੀਤ ਸਿੰਘ ਨੂੰ ਦੇਖਿਆ, ਦੋਨੇ ਹੱਥ ਬੰਨੀ ਖੜਾ ਹੈ। ਔਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੇਖ ਕਰਕੇ ਪੁੱਛਣਾ ਕਰਦੇ ਹਨ। ਸਤਿਗੁਰ ਰਹਿ ਕਰ ਜੁਰੈ ਪਿਤੇ ਨ ਹੋਰੈ, ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਵੇਲੇ ਫਿਰ ਪੁੱਛਦੇ ਹਨ, ਪੁੱਤਰਾ ਕੀ ਗੱਲ ਹੈ, ਕਿਵੇਂ ਹੱਥ ਬੰਨੇ ਆ? ਸੁਧ ਦਿਸ਼ ਨੈਨੈ ਕਰ ਕਹਿ ਬੈਨੈ, ਪੁੱਛਣਾ ਚਾਹੁੰਦੇ ਹਨ ਕਿਮ ਅਬ ਲਾਖੋ ਸੱਚ ਬਚ ਬਾਖੋ, ਕਿਵੇਂ ਪੁੱਤਰ ਕੀ ਚਾਹੁੰਦਾ ਹੈ? ਤੂੰ ਕਿਵੇਂ ਖੜਾ ਹੈ ਦੱਸ। ਸੁਨ ਕਰ ਵੀਰੈ ਕਹਿ ਤਰ ਧੀਰੈ, ਬੜੇ ਧੀਰਜ ਦੇ ਨਾਲ ਸ਼ਹਿਬਜ਼ਾਦਾ ਅਜੀਤ ਸਿੰਘ ਜੀ ਕਹਿੰਦੇ, ਨਿਜ ਕੁਲ ਤ੍ਰੀਤੈ ਚਿਤ ਮੈਂ ਪਰੀਤੈ, ਮਹਾਰਾਜ ਛਤਰੀ ਕੁਲ ਦੀ ਜਿਹੜੀ ਰੀਤ ਹੈ ਬਸ ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ ਨਾ ਡਰੋ, ਅਰਸੋਂ ਜਬ ਜਾਏ ਲੜੋ ਨਿਸ਼ਚੈ ਕਰੇ ਆਪਣੀ ਜੀਤ ਕਰੋ। और सिखो अपने ही मन को यह लालच हो गुण तो उचरो, जब आव की ओद निधान बनाए अत ही रण में तब जूझ मरो, जो छतरी का धर्म है। धन गुरु नानक देव जी आए, उन्होंने 4 उदासियां लाइया ते 4 उदासियां ला के भारत की हालत देखी ते भारत दे विचों एक चीज़ गायब हो चुकी सी, शस्त्रधारी रहना। को सतनाम। ते धन गुरु नानक देव जी ने बाणी विच लिख दिता भी भारत वासियां ने छतरियां तै धर्म छोड़िया, मलेश भाखे आ गई, श्रेष्ठ सब एक वर्ण होई, धर्म की गत रही। इसे करके तां ही देश विचों धर्म खत्म हुंदा जांदा है कि जिहड़े धर्म नूं शास्त्र नूं चक्कण वाले, धर्म की रक्षा करने वाले छतरी सन, उन्होंने छतरीपुणा छड्ड के मलेशिया की मुगलों की ताबिया रहना, गुलाम रहना पसंद कर लिया। कहो सतनाम। इसे करके तां हे भारत दे विच जिहड़ा है धर्म जिहड़ा खत्म हुंदा जा रहा है। कूड़ अमावस सा चंद्रमा दिसै नाही कै चढ़िया, धर्म पंख कर उड़ रिया, हों भाल बकुनी होई, अंधेरा राहो ना कोई। किन्ने बचन पातशाह ने इस विषय ते दसे, क्योंकि छतरियां ते धर्म छोड़िया, उन्होंने शस्त्र चकना बंद कर दिता सी। कहो सतनाम। इसे करके 10वें प्रीत ने कहा कि सिख नूं, सिंह नूं शस्त्र हमेशा धार के रखना चाहिए। जंग होवे जां ना होवे, जंग होवे जां ना होवे, शस्त्र नूं शरीर तो पासे नहीं करना। कहो सतनाम। शस्त्र हमेशा रखो। खैर मनोबिरतियां उत्थे रखीए। साहिबजादा जी नूं पुछदे आ, पुत्रा किवें आ? ते पुत्र जी कहन लगे, पातशाह पिता जी जिहड़ा साडा धर्म है, साडी चित्त विच प्रीत है शस्त्रां दे नाल। आवे समय शुभ लख मन में प्रभ, ते एहो जिहा वधिया समा शस्त्र नूं चलाउण दा फिर कदों मिलना पिता जी? आ शुभ समा मैं तुहाडे कोलों मंगदा हां। धर्म निभाहो मुख फरमाहो, मैं भी धर्म नूं कायम रखण वास्ते छतरियां वाला धर्म निभावां, मैनू आग्या दिओ। तुरक समोहना कर कर मोहना, और मैं ललकारा मार के हूहन, तुरकां दे विच ललकारा मार के छड़ के जकारा, करो हटावना कतरन थावना, और मैं इस दुश्मन नूं किले तो गढ़ी तो पिछे करा। सुन बिक से गोरा कह भले और मेरे प्रीतम जी हस पे, कहने वाह बई वाह, हथ तुर कान है कर कम सन, जा जा तेरी भी लोड़ है। अज तू आप आके मैनू पुछिया ना पुत्रा, तो यदा मतलब आने वाले समय भी जदों भी धर्म के उत्ते कोई हमला करेगा तो तेरी तरह नौजवान आपे अगे निकल के आउणगे। अज देखते हैं जदों भी कोई धर्म ते हमला हुंदा है, भावें किसी दे केस रखे है चाहे नहीं रखे, पर जिहड़े गुरु ग्रंथ साहिब नूं प्यार करने वाले है वो इस विषय ते बोलते आ। को सतनाम। वेखदे हैं आप
ਤੋ ਇਸ ਕਰਕੇ ਉਦੋਂ ਗੁਰੂ ਸਾਹਿਬ ਨੇ ਬਚਨ ਕਿਹਾ ਸੀਗਾ, ਪੁੱਤਰਾ ਜੇ ਮੈਂ ਕਹਿੰਦਾ ਵੀ ਜਾ ਅਜੀਤ ਸਿਆ ਹੁਣ ਤੂੰ ਜਾ ਤੇ ਗੱਲ ਹੋਰ ਸੀ, ਜਿਹੜਾ ਤੂੰ ਆ ਕੇ ਮੈਨੂੰ ਕਹੇ ਨਾ ਪਿਤਾ ਜੀ ਮੈਂ ਵੀ ਜਾਵਾਂ, ਇਹ ਬਹੁਤ ਵੱਡੀ ਗੱਲ ਹੈ। ਆਉਣ ਵਾਲੇ ਸਮੇਂ ਵਿੱਚ ਇਹ ਨੌਜਵਾਨੀ ਵਿੱਚ ਜੋਸ਼ ਹੋਵੇਗਾ, ਜਦੋਂ ਵੀ ਧਰਮ ਤੇ ਕੋਈ ਹਮਲਾ ਕਰੇਗਾ ਉਦੋਂ ਹੀ ਨੌਜਵਾਨ ਆਪੇ ਉੱਠ ਕੇ ਸਾਹਮਣੇ ਆਉਣਗੇ ਧਰਮ ਨੂੰ ਕਾਇਮ ਰੱਖਣ ਲਈ। ਤਾਂ ਗੁਰੂ ਪਿਤਾ ਹੱਸ ਪਏ, ਕਹਿੰਦੇ ਸੁਖ ਪਦ ਪਾਵੋ ਮਮ ਮਨ ਭਾਵੋ। ਬਹੁਤ ਚੰਗੀ ਗੱਲ ਆ ਪੁੱਤਰਾ, ਜਾ ਤੂੰ ਵੀ ਜੰਗ ਦੇ ਮੈਦਾਨ ਵਿੱਚ ਵੜ, ਉੱਤਮ ਪਦਵੀ ਨੂੰ ਪ੍ਰਾਪਤ ਕਰ ਸ਼ਹੀਦਾਂ ਵਾਲੀ ਨੂੰ। ਸੋ ਜਸ ਬਿਤਾਰੋ ਅਰਿਗਨ ਮਾਰੋ। ਬੇਅੰਤ ਦੁਸ਼ਮਣਾਂ ਦਾ ਖਾਤਮਾ ਕਰੋ ਔਰ ਸਿੱਖੀ ਦਾ श्रेष्ठ जस प्राप्त करो। सिख देहो संगै हित अत जंगै। जाओ कुछ जोरे दो चार होर नाल ले लो ते जा करके जंग करो। दोहिरा सदा धर्म क्षत्रिय को चलियो सनातन आए। सनातन का इत्थे अर्थ है पहला तो सन अतन जदों का शरीर बनिया उदों ही छतरी दे नाल शस्त्र रहा। वो भावें ਜਿਹੜੇ ਆਦੀ ਲੋਕ ਹੁੰਦੇ ਸੀ ਆਦੀਵਾਸੀ, ਉਹਨਾਂ ਕੋਲੇ ਲੋਹਾ ਨਹੀਂ ਸੀਗਾ। ਸਭ ਤੋਂ ਪਹਿਲਾਂ ਉਹਨਾਂ ਨੇ ਪੱਥਰਾਂ ਨੂੰ ਸ਼ਸਤਰ ਬਣਾਇਆ, ਫਿਰ ਅੱਗੇ ਚੱਲ ਕੇ ਮਰੇ ਹੋਏ ਪਸ਼ੂਆਂ ਦੇ ਸਿੰਗਾਂ ਨੂੰ, ਉਹਨਾਂ ਦੀਆਂ ਪਸਲੀਆਂ ਨੂੰ ਸ਼ਸਤਰ ਬਣਾ ਲਿਆ ਤੋੜ ਕੇ। ਜਿਵੇਂ ਜਿਵੇਂ ਬੰਦਾ ਤਰੱਕੀ ਕਰਦਾ ਗਿਆ ਦਿਮਾਗੀ ਤੌਰ 'ਤੇ ਬੁੱਧੀ ਤੌਰ 'ਤੇ, ਤਿਵੇਂ ਤਿਵੇਂ ਇਹ ਸ਼ਸਤਰਾਂ ਦੇ ਵਿੱਚ ਬਦਲਾਅ ਕਰਦਾ ਗਿਆ। ਸਨਾਤਨ ਭਾਵ ਪੁਰਾਤਨ ਸ਼ੁਰੂ ਤੋਂ ਹੀ ਇਹ ਸਰੀਰ ਦੇ ਨਾਲ ਸ਼ਸਤਰ ਰਿਹਾ ਹੈ और छतरी का धर्म है शास्त्र नू अंग संग रखना। तेरे वर्गा सी पुत्र अर्जन पांडो दा भी जदों जंग दे मैदान भी जाके वड़िया सी, तू भी पुत्रा अज इसे तरह करना है। इयों धन गुरु गोबिंद सिंह महाराज जी शहजादा अजीत सिंह नू उस वेले तैयार करके नाल को सिंह होर दे के जंग दे विच जंग करन वास्ते तोरदे आ। विचार आपां कल नूं सरवण करांगे। सो अज धन धन साहिब श्री गुरु रामदास जी महाराज जिन्हां दा प्रकाश दिहाड़ा है, जिन्हां दा अवतार, जिन्हां दा जन्म गुरु प्यारिओ लाहौर चूना मंडी दे विच 1534 24 सितंबर नूं अंग्रेजी डेटां दे मुताबक होया। जो दिहाड़ा अज आपां मना रहे हाँ, इन्हां दिनां दे विच श्री अखंड पाठ साहिब जी दे अमृत वेले भोग पाए गए। पिता हरिदास जी, माता दया कौर जी, जद इन्हां दे घर इन्हां दा जन्म होया ते उस वेले 7 साल दे सी कि इन्हां दे सीस तो माता पिता दा साया उठ गया। इन्हां दे नानके बासर के नगर सन ते इन्हां दी नानी उन्हां नूं अपने कोल बासर के ले आई और घर दे विच गरीबी सी, इस करके इन्हां नूं घुंगणियां बना के देनियां छोलियां दियां और वो बेच के आउणियां, उहदे नाल समां लंघाउणा। एक दिन की गल है, कहंदे घुंगणियां वेचण वास्ते जद गए तो एक साधु आ गया। वो साधु ने अपना पल्ला करके घुंगणियां मंगियां, इन्हां ने बुक भर के पा दित्तियां। उन्होंने होर मंगियां, इन्होंने एक बुक भर के होर पाता। जद उन्होंने तीजी बार मंगियां तो इन्होंने चक के टोकरी ही उल्टा दी। तो उस वेले गुरु प्यारिओ फिर की होया, वापस आ गए घरे। नानी माँ ने पूछया पुत्र अज किन्ने पैसे वट्टे? कहंदे अज तक साधु आया बेबे, वो सारियां घुंगणियां लै गया, पर जांदा होया बड़ा खुश होया। सच्चे पातशाह, शाह पातशाह आदि आदि गल्लां कहंदा वो चले आ गया। कहंदे चलो। तो एक बार फिर समा आया, जिस तरह गुरु प्यारिओ गोइंदवाल साहब आउंदे आ, संगत आ रही सी। संगत नूं पुछया कित्थे चले हो? कहंदे गोइंदवाल, उत्थे कार सेवा चल रही है मौली साहब दी। ते जिवें आम कहावत है लोड़ काढ़ दी मां, फिर तां संगत बहुत इत्थे घुंगणियां बहुत विकणगियां ते उत्थे आ गए। कुछ दिन घुंगणियां उत्थे बेचियां, फिर संगतां दा प्यार देख के ते आप भी सेवा विच लग पे। सेवा चलदी रही, समा बतीत हुंदा गया। जे आपां इस कथा नूं पिछे चलीए तां काल केत काल राय दो कसूर ते लाहौर दे राजे सन गुरु प्यारिओ। इन्हां दीयां लड़ाइयां होईयां।
जद इन्हां दीयां लड़ाइयां होइयां ते 10वें पातशाह लिखते हैं लवी सब जीते कुशी सब हारे। तो कसूर वाले हार गए, लाहौर वाले जिहड़े सन वो जित गए। उन्हां दे कोलों राज खोह लिया, उन्हां नूं भजा दिता ते लाहौर वाले हार गए, कसूर वाले जित गए। इन्हां ने लाहौर वालियां तो राज खोह लिया ते लाहौर दे बचे खुचे राजकुमार जिहड़े सन वो सनौड़ देश आ कोथे चले गए। उतों के राजे दे कहंदे लड़की सी, उहदे पुत्र नहीं सी, उसने एक राजकुमार दी लड़की का विआह करके घर जवाई रख लिया। उस दे पुत्र पैदा होया धामा। धामा सनौडी उहनूं कहंदे सी, धामा सनौडी। हौली हौली धामा सोढी शब्द पै गया। धामे नूं पता लग्या भी साडा तां इलाका जिहड़ा पंजाब दे विच है उत्थे साडे बजुर्गां दा राज सीगा। तां ओह धामा जिहड़ा फौज लेके इत्थे आ गया तो उसने इत्थे आके हमला किया तो वापस अपना राज खोलिया। पर जदों इन्हां नूं भजा दिता जिहड़े बचे कसूर वाले, इन्हां नूं भजा दिता, इन्हां ने फिर हरद्वार के इलाके लखनऊ दे विच जाके वेदां की कथा सीखनी शुरू की। वो वेदां की कथा करन लग पे। लाहौर के राजे ने सोढियां ने अपने इलाके विच कथा करवाई उन्हां तो वेदां की। जदों कहने 3 वेदां की कथा सुनी तो सोढी राजा कहन लग्या भी यार कथा सुन के तो बंदे नूं पता लग्या भगती करनी चाहिए है, मैं तो आप भगती करनी आ ते तुसी राज करो। कि वो वेदी जिहड़े सन सीता वो छतरी पर वेदां नूं पढ़न लग पे जिवें सानूं असीं पता नहीं कौन है, सानूं सारे ग्रंथी कहंदे आ, कोई सतनाम उन्हां नूं वेदी कहन लग पे। तो वेदियां ने इत्थे कथा की। सोढियां ने खुशी विच आके उन्हां नूं राज देना चाहिया, उन्होंने नां लिया। वो कहने वेखो असीं तुहाडे कोलों कथा सुनी आ, कथा दे इवज विच असीं तुहानूं प्यार च राज दिन्ने आ। तां गुरु प्यारिओ सोढी जिहड़े सन बेदियां नूं राज दे गए ते सोढी जिहड़े सन भगती करन लगे। पर बेदी कहंदे भी असीं 3 कुल्लां राज करांगे, चौथी कुल वे तुहानूं वापस कर देंगे। 3 बेदियां की कुल विखे प्रगट नानक राय, सब सिकन को सुख दे जय तैं पए सहाय। उस बेदी कुल विच अगे जाके बाबा नानक जी आए। आप नरैन कला धार जग में परवरे। उस बेदियां ने अगे चल के अगला गुरता गद्दी गुरु अंगद देव जी ने दिती। तो दूजे नानक जी गुरु अंगद देव जी हो गए। गुरु अंगद देव जी ने अगे गुरता गद्दी गुरु अमरदास जी ने दिती। हुण 3 कुल्ला राज हो गया मानो नानक दा, वो राम राज परमेश्वर दा राज। हुण चौथा जिहड़ा राज है जिसनों भाई साहब भाई गुरदास जी अपने बचनां विच लिखदे हन, दिता लईए अपना अनदिता किछ हथ न आवे, बैठा सोढी पातशाह रामदास सतगुरु कहावे। हुण रामदास पातशाह जिहड़े सोढी जिन्हां ने अपनी दात वापस लैनी सी दिती हुई चौथे जामे च, वो इत्थे आके सेवा करन लगे गोइंदवाल साहिब। को सतनाम सेवा चलदी रही। तो वड्डी बच्ची का विआह हो गया गुरु अमरदास जी की पुत्री का, छोटी भानी विआहण जोग है। तो एक दिन माता जी आके गुरु अमरदास जी नूं कहंदे महाराज बच्ची वास्ते कोई अपना बच्चा देखो आपां विआह करिए भानी का। कहंदे किहो जिहा होवे। ते सामने गुरु रामदास जी जेठा जी हथ में टोकरी फड़ी खाली तुरे आउंदे सी मिट्टी सिट के, बड़ी सेवा करते सन। उन्हां नूं वेख के माता जी कहन लगे इहो जिहा बच्चा होवे। कहंदे इहो जिहा तां इहो जिही है, फिर आ जा उरे भाई। को सतन उन्हां नूं सद लिया, पुछ गिछ कीती, सारी गलबात कीती। कित्थों आया जी? लाहौर तो। किन्हां दा पुत्र है जी? हरदास सोढी दा। अच्छा आ गया फिर तू लैन। को सतनाम। बस उत्थों ही जानी जान तो सतगुर सीगे। खैर उस तो बाद गुरु रामदास जी दे नाल भानी की शादी कर दी। बीबी भानी ने फिर अगे जाके बड़ी सेवा की। रामदास जी ने जवाई बन के भी जवाइयां वाला सुभाव नहीं वरत्या, उत्थे फिर सेवा च ही रहे। बीबी भानी ने भी सेवा की। एक दिन सेवा करदियां होइयां पटड़े का पावा टुट गया। माता बीबी भानी जी आप नवा रहे सी, पिता वड्डी उम्र दे सीगे, नहाउण दे विच मर्द कर रहे सी। ते जदों पावा गया टुट गया, कह परड़ा डिग्गण लग्या ते बीबी ने थल्ले पैर देता। पैर दे विच कोई मेख भां खुभ गई। ते गुरु पिता पुछण लगे बेटा की हो गया? कहनी बापू जी कुछ नहीं है, परड़ा डिगदा सी मैं पैर दे लिया। कहने बेटा बड़ी सेवा कर दी, दस तैनों की चाहिए? नहीं बापू जी ठीक है। नहीं कुछ तो मंग ला, मैं खुश हाँ। कहते फिर जे देना ही है तो घर दी घर च रह जे, रहनी तो घर च ही सीगी। पर गुरु अमरदास जी कहने बेटा तू बहुत वड्डी चीज़ मंग ली है, हुण तां तू दरिया नूं वगदे होए पानी नूं बंन मार लिया ते दुख भी बहुत आउणगे। चलो पर देवांगे, देनी सी।
ਦਿੱਤਾ ਲਈਏ ਆਪਣਾ ਅਣਦਿੱਤਾ ਕਿ ਛੱਤ ਨਾ ਹੋਵੇ। ਉਹ ਗੁਰਤਾ ਗੱਦੀ ਇਸ ਕਰਕੇ ਸਤਿਗੁਰੂ ਰਾਮਦਾਸ ਜੀ ਕੋਲ ਆਈ। ਔਰ ਗੁਰਬਾਣੀ ਵਿੱਚ ਇੱਕ ਬਚਨ ਚੜ੍ਹਿਆ ਹੈ, ਰਾਮ ਰਾਜ ਰਾਮਦਾਸਪੁਰ ਕੀਨੋ ਗੁਰਦੇਵ। ਉਹ ਰਾਮ ਰਾਜ ਪਰਮੇਸ਼ਰ ਵਾਲਾ ਬਾਬਾ ਨਾਨਕ ਲੈ ਕੇ ਆਇਆ ਤੇ ਹੁਣ ਸੋਢੀਆਂ ਕੋਲੇ ਆ ਗਿਆ। ਤੇ ਆਪਾਂ ਸਾਰੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਦਾ ਜਾਤ ਗੋਤ ਸੋਢੀ ਆ। ਆਪਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਜੋ ਹੋਏ ਕੋ ਸਤਨਾਮ, ਆਪਣਾ ਹੋਰ ਕੋਈ ਜਾਤ ਗੋਤ ਨਹੀਂ, ਆਪਾਂ ਸੋਢੀ ਆ। ਤੋ ਖੈਰ ਵਿਚਾਰਾਂ ਇੱਥੇ ਰੋਕਦੇ ਆ, ਕੀਰਤਨ ਦਾ ਸਮਾਂ ਵੀ ਹੋ ਰਿਹਾ। ਸਰਬੱਤ ਸੰਗਤਾਂ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਸੋ ਕੱਲ੍ਹ ਨੂੰ ਸਮਾਗਮ ਵੀ ਹੈ, ਗੁਰੂ ਪਾਤਸ਼ਾਹ ਕਿਰਪਾ ਕਰਨ। ਅੱਜ ਅੰਮ੍ਰਿਤ ਵੇਲੇ ਭੋਗ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਮਹਾਰਾਜ ਜੀ ਦੇ। ਮੋਲਦਿਆਂ ਅਨੇਕਾਂ ਅੱਖਰ ਬਾਅਦ ਕਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश, हे पूरन हे सर्व मैं गुणतास, हे संगी हे निरंकार, हे निर्गुण सब टेक, हे गोविंद हे गुण निधान, सदा विवेक, हे अपरंपर हर हरे हो बनहार, हे संत कै सदा संग, आधार, हे ठाकुर हों दासरो, निर्गुण गुण नहीं कोई, नानक दीजै नाम दान, आए प्रभ शरनागति, नित दयाल, एक अखर हर मन बसत, एक ओंकार सतगुरु प्रसाद सच होए। वाहिगुरु जी की फतेह है, विनाशन सोए। वाहिगुरु जी की फतेह है, विनाशन सोए। वाहिगुरु जी का खालसा, वाहिगुरु जी की फतेह।